ਸੈਕਸ਼ਨ 17A ਆਫ ਦਾ ਕਰਪਸ਼ਨ ਐਕਟ ਜਿਹੜਾ ਹੈਗਾ ਉਹਦੇ ਤਹਿਤ ਤਾਂ ਪ੍ਰਾਇਰ ਸੈਂਕਸ਼ਨ ਜ਼ਰੂਰੀ ਹੈ। ਜੋ ਆਈਐਸ ਲੌਬੀ ਕਹਿ ਰਹੀ ਹੈ ਕਿ ਸੈਕਸ਼ਨ 17A ਆਫ ਦਾ ਕਰਪਸ਼ਨ ਐਕਟ ਪ੍ਰਾਇਰ ਸੈਂਕਸ਼ਨ ਜ਼ਰੂਰੀ ਹੈ, ਪਰੰਤੂ ਚੀਫ ਆਫ ਦਾ ਵਿਜੀਲੈਂਸ ਬਿਊਰੋ ਦੇ ਅਨੁਸਾਰ ਇਹ ਜਿਹੜਾ ਮੈਡਮ ਨੀਲਮਾ ਤੇ ਕੇਸ ਦਰਜ ਕੀਤਾ ਗਿਆ ਇਹ ਫੈਬਰੀਕੇਸ਼ਨ ਆਫ ਰਿਕਾਰਡਸ ਦੇ ਆਧਾਰ ਤੇ ਦਰਜ ਕੀਤਾ ਗਿਆ। ਪ੍ਰਾਇਰ ਸੈਂਕਸ਼ਨ ਇੱਕ ਪ੍ਰੋਵੀਜ਼ਨ ਹੈ ਲਾਅ ਦੀ, ਜਦੋਂ ਕਿਸੇ ਪਬਲਿਕ ਸਰਵੈਂਟ ਨੂੰ ਪ੍ਰੋਸੀਕਿਊਟ ਕਰਨਾ ਜਾਂ ਉਹਦੇ ਅਗੇਂਸਟ ਕੋਈ ਮੁਕੱਦਮਾ ਚਲਾਉਣਾ ਤਾਂ ਉਹਦੇ ਲਈ ਪੰਜਾਬ ਸਰਕਾਰ ਤੋਂ ਜਾਂ ਉਹਦੀ ਅਪਾਇੰਟਿੰਗ ਅਥਾਰਟੀ ਤੋਂ ਪ੍ਰਾਇਰ ਸੈਂਕਸ਼ਨ ਲੈਣੀ ਜ਼ਰੂਰੀ ਹੈ, ਯਾਨੀ ਮਨਜ਼ੂਰੀ ਲੈਣੀ ਜ਼ਰੂਰੀ ਹੈ ਕਿ ਅਸੀਂ ਇਹਦੇ ਅਗੇਂਸਟ ਇਸ ਕੰਪਲੇਂਟ ਤਹਿਤ ਇਹਨਾਂ ਦੋਸ਼ਾਂ ਦੇ ਤਹਿਤ ਮੁਕੱਦਮਾ ਚਲਾਉਣਾ ਚਾਹੁੰਦੇ ਹਾਂ, ਸਾਨੂੰ ਮਨਜ਼ੂਰੀ ਦਿੱਤੀ ਜਾਵੇ। ਜੀ ਦੋਸਤੋ, ਸਤਿ ਸ੍ਰੀ ਅਕਾਲ। ਪੰਜਾਬ ਦੇ ਵਿੱਚ ਬੜਾ ਭੁਚਾਲ ਜਿਹਾ ਪਿਆ ਹੋਇਆ ਹੈ, ਵੱਡੇ ਵੱਡੇ ਘੁਟਾਲੇ ਸਾਹਮਣੇ ਆ ਰਹੇ ਆ ਤੇ ਘੁਟਾਲਿਆਂ ਦੇ ਦੋਸ਼ੀਆਂ ਦੇ ਖਿਲਾਫ ਨਵੀਂ ਸਰਕਾਰ ਮਾਨ ਸਰਕਾਰ ਵੱਲੋਂ ਕਾਰਵਾਈ ਧੜਾ ਧੜ ਕੀਤੀ ਜਾ ਰਹੀ ਹੈ। ਇਸ ਸਰਕਾਰ ਦੌਰਾਨ 2-3 ਆਈਐਸ ਆਫੀਸਰਸ ਨੋਮੀਨੇਟ ਕੀਤੇ ਗਏ ਹੈ ਤੇ ਜਿਹੜੇ ਕੁਝ ਪੀਸੀਐਸ ਆਫੀਸਰਸ ਅਰੈਸਟ ਕੀਤੇ ਗਏ ਹੈ ਐਂਡ ਈਵਨ ਕੁਝ ਜਿਹੜੇ ਹੈ ਪੁਲਿਸ ਅਫਸਰ ਵੀ ਜਿਹੜੇ ਏਐਸਆਈ ਰੈਂਕ ਤੋਂ ਲੈ ਕੇ ਅਬਵ ਰੈਂਕਸ ਜਿਹੜੇ ਹੈਗੇ ਉਹ ਸ਼ਾਮਲ ਹੈ, ਉਹਨਾਂ ਤੇ ਵੀ ਕਾਰਵਾਈ ਹੋਈ ਹੈ। ਜਦੋਂ ਪੀਸੀਐਸ ਆਫੀਸਰਸ ਆਰਟੀਏ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੀਸੀਐਸ ਆਫੀਸਰਸ ਹੜਤਾਲ ਤੇ ਚਲੇ ਗਏ, ਸਮੂਹਿਕ ਛੁੱਟੀ ਤੇ ਚਲੇ ਗਏ। ਸਮੂਹਿਕ ਛੁੱਟੀ ਤੇ ਜਾਣ ਨਾਲ ਪੰਜਾਬ ਦਾ ਜਿਹੜਾ ਐਡਮਿਨਿਸਟ੍ਰੇਟਿਵ ਢਾਂਚਾ ਹੈ ਉਹ ਦੇ ਕੰਮਕਾਜ ਕਾਫੀ ਹੱਦ ਤੱਕ ਜਿਹੜੇ ਹੈ ਉਹ ਠੱਪ ਹੋ ਗਏ। ਤਾਂ ਫਿਰ ਮੁੱਖ ਮੰਤਰੀ ਨੇ ਇਹ ਚੇਤਾਵਨੀ ਦਿੱਤੀ ਕਿ 2 ਵਜੇ ਤੱਕ ਜੁਆਇਨ ਕਰੋ, ਨਹੀਂ ਤਾਂ ਐਕਸ਼ਨ ਲਿਆ ਜਾਏਗਾ। ਤੇ ਫਿਰ ਪੀਸੀਐਸ ਆਫੀਸਰਸ ਨੇ ਜਲਦੀ ਨਾਲ ਜੁਆਇਨ ਵੀ ਕੀਤਾ। ਉਧਰੋਂ ਆਈਐਸ ਆਫੀਸਰ ਇੱਕ ਜਿਹੜਾ ਕਥਿਤ ਸਕੈਮ ਚੱਲ ਰਿਹਾ ਕਿਹਾ ਜਾ ਰਿਹਾ ਹੈ, ਜਿਹਨੂੰ ਅਸੀਂ ਕਹਿੰਦੇ ਆ ਕਿ ਪਲਾਟ ਜਿਹੜਾ ਹੈ 25 ਏਕੜ ਦਾ ਜਿਹੜਾ ਉਹ ਸੀਗਾ ਉਹ ਸਸਤੇ ਭਾਅ ਵੇਚ ਦਿੱਤਾ ਗਿਆ ਬੜੀ ਹੀ ਸਾਜ਼ਿਸ਼ ਦੇ ਨਾਲ, ਜਿਹਦੇ ਵਿੱਚ ਸ਼ਾਮ ਸੁੰਦਰ ਅਰੋੜਾ ਜੀ ਵੀ ਐਕਸ ਮਿਨਿਸਟਰ ਜਿਹੜੇ ਹੈ ਉਹ ਸ਼ਾਮਲ ਕੀਤੇ ਗਏ ਨੇ। ਉਹਦੇ ਵਿੱਚ ਇੱਕ ਆਈਐਸ ਆਫੀਸਰ ਹੈ ਮੈਡਮ ਨੀਲਮਾ ਜੀ, ਉਹਨਾਂ ਤੇ ਵੀ FIR ਦਰਜ ਕੀਤੀ ਗਈ ਹੈ ਕਰਪਸ਼ਨ ਐਕਟ ਦੇ ਤਹਿਤ। ਅਸਲ ਦੇ ਵਿੱਚ ਜਦੋਂ ਮੈਡਮ ਨੀਲਮਾ ਜੀ ਤੇ ਇਹ FIR ਦਰਜ ਹੋਈ ਤੇ ਉਧਰੋਂ ਆਰਟੀਏ ਆਫੀਸਰ ਨੂੰ ਗ੍ਰਿਫਤਾਰ ਕੀਤਾ ਤਾਂ ਉਦੋਂ ਅਫਸਰਾਂ ਦੇ ਵਿੱਚ ਭੁਚਾਲ ਜਿਹਾ ਮਚ ਗਿਆ, ਕਿਉਂਕਿ ਜਿਹੜੇ ਆਫੀਸਰ ਲਾਅ ਨੂੰ ਆਪਣੇ ਹੱਥਾਂ ਰਾਹੀਂ ਲਾਗੂ ਕਰਦੇ ਹੈ, ਐਗਜ਼ੀਕਿਊਟ ਕਰਦੇ ਹੈ, ਜਦੋਂ ਉਹਨਾਂ ਤੇ ਕਾਰਵਾਈ ਹੁੰਦੀ ਹੈ ਤਾਂ ਉਦੋਂ ਫਿਰ ਇੱਕ ਵੱਖਰੀ ਜਿਹੀ ਤੜਪ ਜਿਹੀ ਉਹਨਾਂ ਦੇ ਵਿੱਚ ਪੈਦਾ ਹੁੰਦੀ ਹੈ। ਜਦੋਂ ਕਿਸੇ ਤੇ ਅਸੀਂ ਕਾਰਵਾਈ ਕਰੀਏ ਭਾਵੇਂ ਉਹ ਨਜਾਇਜ਼ ਹੀ ਕਿਉਂ ਨਾ ਹੋਵੇ, ਉਦੋਂ ਆਫੀਸਰ ਹੋਣ ਦਾ ਮਾਣ ਮਹਿਸੂਸ ਕਰਦਾ ਹੈ, ਪਰ ਜਦੋਂ ਉਹਦੀਆਂ ਆਪਣੀਆਂ ਗਲਤ ਕੀਤੀਆਂ ਕਾਰਵਾਈਆਂ ਤੇ ਜਦੋਂ ਉਹਦੇ ਤੇ ਕਾਰਵਾਈ ਹੁੰਦੀ ਹੈ ਤਾਂ ਫਿਰ ਉਹਨੂੰ ਲਾਅ ਦੀਆਂ ਪ੍ਰੋਵੀਜ਼ਨਾਂ ਵੀ ਚੇਤੇ ਆ ਜਾਂਦੀਆਂ ਕਿ ਨਹੀਂ ਇਦਾਂ ਦਾ ਨਹੀਂ ਹੋਣਾ ਚਾਹੀਦਾ। ਪਰ ਜਦੋਂ ਆਪਣੇ ਸਿਆਸੀ ਹਕਾਮਾਂ ਦੇ ਹੁਕਮਾਂ ਤੇ ਨਜਾਇਜ਼ ਲੋਕਾਂ ਨੂੰ ਫਾਲਸਲੀ ਇੰਪਲੀਕੇਟ ਕੀਤਾ ਜਾਂਦਾ ਹੈ ਤੇ ਨਜਾਇਜ਼ ਕਾਰਵਾਈਆਂ ਅਮਲ ਦੇ ਵਿੱਚ ਲਿਆਂਦੀਆਂ ਜਾਂਦੀਆਂ, ਉਦੋਂ ਇਹਨਾਂ ਆਫੀਸਰ ਸਾਹਿਬਾਨਾਂ ਦੇ ਮਾਈਂਡ ਦੇ ਉੱਪਰ ਕੋਈ ਜੂੰ ਨਹੀਂ ਸਕਦੀ, ਜਾਂ ਇਹ ਕਹਿ ਲਓ ਕਿ ਕੋਈ ਅਸਰ ਨਹੀਂ ਹੁੰਦਾ, ਇਹਨਾਂ ਦੀ ਇਨਸਾਨੀਅਤ ਗੁੰਮ ਹੋ ਜਾਂਦੀ ਉਦੋਂ। ਹੁਣ ਹੁੰਦਾ ਕੀ ਹੈ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਆਫੀਸਰ ਸਾਹਿਬਾਨਾਂ ਤੋਂ ਬਿਨਾਂ ਸਰਕਾਰ ਦਾ ਐਡਮਿਨਿਸਟ੍ਰੇਟਿਵ ਢਾਂਚਾ ਚਲਾਉਣਾ ਵੀ ਬੜਾ ਮੁਸ਼ਕਲ ਹੈ ਤੇ ਕਿਤੇ ਨਾ ਕਿਤੇ ਆਫੀਸਰ ਸਾਹਿਬਾਨਾਂ ਨੂੰ ਇੰਡੀਪੈਂਡੈਂਟਲੀ ਵਰਕ ਕਰਨ ਦੀ ਹੁਣ ਅੱਗੋਂ ਤੋਂ ਜਿਹੜੀ ਹੈ ਉਹ ਸਿੱਖਣੀ ਚਾਹੀਦੀ ਹੈ ਕਿ ਇੰਡੀਪੈਂਡੈਂਟ ਵਰਕ ਕਰਨਾ ਚਾਹੀਦਾ, ਜ਼ਿਆਦਾ ਸਿਆਸੀ ਹਕਾਮਾਂ ਦੇ ਕਹਿਣ ਤੇ ਮਨਮਾਨੀਆਂ ਨਹੀਂ ਕਰਨੀਆਂ ਚਾਹੀਦੀਆਂ। ਜਿੱਥੋਂ ਤੱਕ ਮੈਡਮ ਨੀਲਮਾ ਆਈਐਸ ਆਫੀਸਰ ਦੀ FIR ਦਾ ਸਬੰਧ ਹੈ, ਮੇਰੇ ਕਿਸੇ ਦੋਸਤ ਨੇ ਪੁੱਛਿਆ ਕਿ ਇਹ ਕੀ ਰੌਲਾ ਹੈ ਕਿ ਪ੍ਰਾਇਰ ਸੈਂਕਸ਼ਨ ਦੇ ਰਿਗਾਰਡਿੰਗ ਇੱਕ ਬੜਾ ਰੌਲਾ ਚੱਲ ਰਿਹਾ। ਪ੍ਰਾਇਰ ਸੈਂਕਸ਼ਨ ਇੱਕ ਪ੍ਰੋਵੀਜ਼ਨ ਹੈ ਲਾਅ ਦੀ, ਜਦੋਂ ਕਿਸੇ ਪਬਲਿਕ ਸਰਵੈਂਟ ਨੂੰ ਪ੍ਰੋਸੀਕਿਊਟ ਕਰਨਾ ਜਾਂ ਉਹਦੇ ਅਗੇਂਸਟ ਕੋਈ ਮੁਕੱਦਮਾ ਚਲਾਉਣਾ ਤਾਂ ਉਹਦੇ ਲਈ ਪੰਜਾਬ ਸਰਕਾਰ ਤੋਂ ਜਾਂ ਉਹਦੀ ਅਪਾਇੰਟਿੰਗ ਅਥਾਰਟੀ ਤੋਂ ਪ੍ਰਾਇਰ ਸੈਂਕਸ਼ਨ ਲੈਣੀ ਜ਼ਰੂਰੀ ਹੈ, ਯਾਨੀ ਮਨਜ਼ੂਰੀ ਲੈਣੀ ਜ਼ਰੂਰੀ ਹੈ ਕਿ ਅਸੀਂ ਇਹਦੇ ਅਗੇਂਸਟ ਇਸ ਕੰਪਲੇਂਟ ਤਹਿਤ ਇਹਨਾਂ ਦੋਸ਼ਾਂ ਦੇ ਤਹਿਤ ਮੁਕੱਦਮਾ ਚਲਾਉਣਾ ਚਾਹੁੰਦੇ ਹਾਂ, ਸਾਨੂੰ ਮਨਜ਼ੂਰੀ ਦਿੱਤੀ ਜਾਵੇ। ਪਰ ਇਹ ਕੁਝ ਹਾਲਾਤਾਂ ਦੇ ਵਿੱਚ ਹੀ ਹੈ ਜਦੋਂ ਉਹਨੇ ਆਪਣੀ ਡਿਊਟੀ ਜਿਹੜੀ ਹੈ ਉਹ ਗੁੱਡ ਫੇਥ ਦੇ ਵਿੱਚ, ਜਨਹਿਤ ਦੇ ਵਿੱਚ, ਪਬਲਿਕ ਦੇ ਇੰਟਰਸਟ ਦੇ ਵਿੱਚ ਰੂਲਾਂ ਤਹਿਤ ਕੀਤੀ ਹੋਵੇ, ਕਾਨੂੰਨ ਅਨੁਸਾਰ ਕੀਤੀ ਹੋਵੇ ਤੇ ਉਹਨੂੰ ਜਿਹੜਾ ਹੈ ਕਾਨੂੰਨ ਅਨੁਸਾਰ ਕੀਤੀ ਗਈ ਡਿਊਟੀ ਦੇ ਤਹਿਤ ਕਿਸੇ ਤਰ੍ਹਾਂ ਨੋਮੀਨੇਟ ਕਰ ਦਿੱਤਾ ਜਾਂਦਾ ਹੈ ਜਾਂ ਕੋਈ ਉਹਦੇ ਤੇ ਦੋਸ਼ ਆ ਜਾਂਦਾ ਹੈ ਤਾਂ ਉਦੋਂ ਪ੍ਰਾਇਰ ਸੈਂਕਸ਼ਨ ਲੈਣੀ ਜ਼ਰੂਰੀ ਹੈ।
ਜਿੱਥੋਂ ਤੱਕ ਮੈਡਮ ਨੀਲਮਾ ਦਾ ਸਵਾਲ ਹੈ ਤਾਂ ਉਦੋਂ ਜਿਹੜਾ ਉਧਰੋਂ ਵਿਜੀਲੈਂਸ ਬਿਊਰੋ ਦਾ ਚੀਫ ਹੈ, ਉਹਨਾਂ ਚੀਫ ਆਫ ਦਾ ਵਿਜੀਲੈਂਸ ਬਿਊਰੋ, ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ FIR ਮੈਡਮ ਨੀਲਮਾ ਤੇ ਦਰਜ ਕੀਤੀ ਗਈ ਹੈ, ਇਹਦੇ ਵਿੱਚ ਪ੍ਰਾਇਰ ਸੈਂਕਸ਼ਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸੈਕਸ਼ਨ 17A ਆਫ ਦਾ ਕਰਪਸ਼ਨ ਐਕਟ ਜਿਹੜਾ ਹੈਗਾ ਉਹਦੇ ਤਹਿਤ ਤਾਂ ਪ੍ਰਾਇਰ ਸੈਂਕਸ਼ਨ ਜ਼ਰੂਰੀ ਹੈ। ਜੋ IAS ਲੌਬੀ ਕਹਿ ਰਹੀ ਹੈ ਕਿ ਸੈਕਸ਼ਨ 17A ਆਫ ਦਾ ਕਰਪਸ਼ਨ ਐਕਟ ਪ੍ਰਾਇਰ ਸੈਂਕਸ਼ਨ ਜ਼ਰੂਰੀ ਹੈ, ਪਰੰਤੂ ਚੀਫ ਆਫ ਦਾ ਵਿਜੀਲੈਂਸ ਬਿਊਰੋ ਦੇ ਅਨੁਸਾਰ ਇਹ ਜਿਹੜਾ ਮੈਡਮ ਨੀਲਮਾ ਤੇ ਕੇਸ ਦਰਜ ਕੀਤਾ ਗਿਆ, ਇਹ ਫੈਬਰੀਕੇਸ਼ਨ ਆਫ ਰਿਕਾਰਡਸ ਦੇ ਆਧਾਰ ਤੇ ਦਰਜ ਕੀਤਾ ਗਿਆ ਤੇ ਕਿਸੇ ਵੀ ਅਧਿਕਾਰੀ ਕਰਮਚਾਰੀ ਨੂੰ ਇਹ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿ ਉਹ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰੇ ਜਾਂ ਫੈਬਰੀਕੇਸ਼ਨ ਆਫ ਰਿਕਾਰਡ ਕਰੇ। ਫੋਰਜਰੀ ਆਫ ਦਾ ਰਿਕਾਰਡ cannot be considered as a precondition or the prerequisite to seek the prior sanction under the existing provisions of the law। ਸੋ ਇਹ ਮੈਟਰ ਸੀਗਾ ਕਿ ਜਿਹੜੀ ਪ੍ਰਾਇਰ ਸੈਂਕਸ਼ਨ ਹੈ ਉਹ ਫੈਬਰੀਕੇਸ਼ਨ ਆਫ ਰਿਕਾਰਡਸ ਦੇ ਵਿੱਚ ਜ਼ਰੂਰੀ ਨਹੀਂ ਹੈ। ਇਹ ਮੇਰੇ ਵੀ ਕਿਸੇ ਅਦਾਲਤੀ ਕੇਸ ਦੇ ਵਿੱਚ ਹੋਇਆ ਸੀ। ਮਾਨਯੋਗ ਸੈਸ਼ਨ ਕੋਰਟ ਫਰੀਦਕੋਟ ਨੇ ਘੱਟੋ ਘੱਟ ਵੀ 6 ਮਹੀਨੇ ਲਗਾਤੇ ਸੀ ਇਸ ਫੈਕਟ ਨੂੰ ਸਟੇਬਲਿਸ਼ ਕਰਨ ਤੇ, ਕਿਉਂਕਿ ਮੈਂ ਕਹਿ ਰਿਹਾ ਸੀ ਕਿ ਪ੍ਰਾਇਰ ਸੈਂਕਸ਼ਨ ਜ਼ਰੂਰੀ ਨਹੀਂ ਹੈ ਤੇ ਆਪੋਜ਼ਿਟ ਧਿਰ ਜਿਹੜੇ ਐਡਵੋਕੇਟਸ ਉਹਨਾਂ ਦੇ, ਮੈਂ ਇਨ ਪਰਸਨ ਲੜਦਾ, ਆਪ ਲੜਦਾ ਅਦਾਲਤਾਂ ਦੇ ਵਿੱਚ ਕੇਸ, ਕਿਉਂਕਿ ਮੈਂ ਇਹ ਲਾਅ ਪੜ੍ਹਿਆ ਸੀ ਤੇ ਉਹ ਐਡਵੋਕੇਟ ਜਿਹੜੇ ਆਪੋਜ਼ਿਟ ਧਿਰ ਦੇ 2-3 ਐਡਵੋਕੇਟ ਕਹਿ ਰਹੇ ਸੀ ਕਿ ਪ੍ਰਾਇਰ ਸੈਂਕਸ਼ਨ ਜ਼ਰੂਰੀ ਹੈ। ਉਹਨਾਂ ਨੇ ਵੀ ਲਾਅ ਅਥਾਰਟੀਜ਼ ਰੈਫਰ ਕੀਤੀਆਂ ਤੇ ਮੈਂ ਵੀ ਲਾਅ ਅਥਾਰਟੀਜ਼ ਰੈਫਰ ਕੀਤੀਆਂ ਤੇ ਅੰਤ ਨੂੰ ਮਾਨਯੋਗ ਅਦਾਲਤ ਨੇ ਇਹ ਪਾਇਆ ਕਿ ਇਸ ਕੇਸ ਦੇ ਵਿੱਚ ਪ੍ਰਾਇਰ ਸੈਂਕਸ਼ਨ ਜ਼ਰੂਰੀ ਨਹੀਂ ਹੈ ਤੇ ਉਹਨਾਂ ਤੇ ਚਾਰਜ ਫਰੇਮ ਕਰ ਦਿੱਤੇ ਗਏ ਸੀ। ਇਹ ਹੈ ਪ੍ਰਾਇਰ ਸੈਂਕਸ਼ਨ ਦਾ ਮੈਟਰ। ਪ੍ਰਾਇਰ ਸੈਂਕਸ਼ਨ ਪਬਲਿਕ ਸਰਵੈਂਟ ਲਈ ਹੁੰਦੀ ਹੈ, ਪਰੰਤੂ ਪ੍ਰਾਇਰ ਸੈਂਕਸ਼ਨ ਉਹਨਾਂ ਕੇਸਾਂ ਦੇ ਵਿੱਚ ਜ਼ਰੂਰੀ ਹੈ ਜਿੱਥੇ ਪਬਲਿਕ ਸਰਵੈਂਟ ਨੇ ਡਿਊਟੀ ਡਿਸਚਾਰਜ ਕੀਤੀ ਹੋਵੇ ਪਬਲਿਕ ਹਿੱਤ ਦੇ ਵਿੱਚ ਤੇ ਰੂਲਾਂ ਤਹਿਤ, ਜਾਂ ਇਹ ਕਹਿ ਲਓ ਕਿ ਐਜ਼ ਪਰ ਲਾਅ। ਪਰ ਜਿੱਥੇ ਫੈਬਰੀਕੇਸ਼ਨ ਆਫ ਰਿਕਾਰਡਸ ਆ ਜਾਂਦਾ, ਜਾਂ ਰਿਕਾਰਡ ਟੈਂਪਰਿੰਗ ਆ ਜਾਂਦੀ ਹੈ, ਜਾਂ ਰਿਕਾਰਡ ਫੋਰਜਰੀ ਆ ਜਾਂਦੀ ਹੈ, ਉੱਥੇ ਕਿਸੇ ਵੀ ਤਰ੍ਹਾਂ ਦੀ ਪ੍ਰਾਇਰ ਸੈਂਕਸ਼ਨ ਦੀ ਜ਼ਰੂਰਤ ਨਹੀਂ ਹੈ। ਇਹ ਸੀ ਬੇਸ ਮੈਡਮ ਨੀਲਮਾ ਜੀ IAS ਆਫੀਸਰ ਦੇ ਉੱਪਰ FIR ਦਰਜ ਕਰਨ ਦਾ। ਸੋ ਇਹ ਐਜ਼ ਪਰ ਦਾ ਚੀਫ ਆਫ ਦਾ ਵਿਜੀਲੈਂਸ ਬਿਊਰੋ ਸੀ। ਇਹ ਕੁਝ ਕਾਨੂੰਨੀ ਨੁਕਤੇ ਸੀ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਜ਼ਰੂਰੀ ਸੀ, ਕਿਉਂਕਿ ਮੈਂ ਆਪ ਇਹਨਾਂ ਸਟੇਜਾਂ ਦੇ ਵਿੱਚੋਂ ਗੁਜ਼ਰ ਚੁੱਕਿਆ। ਪ੍ਰਾਇਰ ਸੈਂਕਸ਼ਨ ਨੂੰ ਮੈਂ ਕਾਫੀ ਹੱਦ ਤੱਕ ਡੀਲ ਕੀਤਾ ਹੋਇਆ ਤੇ ਮੈਂ ਉਹਦੇ ਵਿੱਚ ਆਪਣਾ ਪੱਖ ਅਦਾਲਤ ਨੂੰ ਮਨਵਾਉਣ ਦੇ ਵਿੱਚ ਕਾਮਯਾਬ ਵੀ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।